अस्सलाम वालेकुम, मैं हूं ज़ैनब यूसुफ और आज के जो समा सितारे हैं वो वज़ीर तवानाई, वज़ीर दिफा और वज़ीर तिजारत रह चुके हैं। जी हाँ, हम मौजूद हैं गुजरांवाला में खुर्रम दस्तगीर खान साहिब के घर पर। आइए हम उनसे मिलवाते हैं। अस्सलाम वालेकुम सर, ਤੁਹਾਡਾ ਕੀ ਹਾਲ ਹੈ? ਅਲਹਮਦੁਲਿਲਾ ਜੀ, ਬੜਾ ਸਰ ਵਧੀਆ ਪਹਿਲੀ ਕਰਮ। ਗੱਲ ਤਾਂ ਹੈ ਕਿ ਤੁਸੀਂ ਇੰਨਾ ਅੱਛਾ ਸਾਡਾ ਵੈਲਕਮ ਕੀਤਾ, ਉਹਦਾ ਬਹੁਤ ਸ਼ੁਕਰੀਆ। ਦੂਜੀ ਗੱਲ ਹੈ ਕਿ ਤੁਹਾਨੂੰ ਇੰਗਲਿਸ਼ ਵੀ ਬਹੁਤ ਅੱਛੀ ਆਉਂਦੀ ਹੈ, ਪੰਜਾਬੀ ਵੀ, ਉਰਦੂ ਵੀ। ਹੁਣ ਮੈਂ ਕਨਫਿਊਜ਼ ਹੋ ਰਹੀ ਹਾਂ ਕਿ ਗੱਲ ਕਿਹਦੇ 'ਚ ਕਰੀਏ। ਤੁਹਾਡੀ ਆਸਾਨੀ ਜਿਹਦੇ 'ਚ ਹੈ, ਲੇਕਿਨ ਪੰਜਾਬੀ ਕਹਿ ਸਕਦੇ ਹਾਂ ਕਿ ਮੇਰੀ ਤੀਸਰੀ ਜ਼ੁਬਾਨ ਹੈ। ਅੱਛਾ। ਹਾਂ, ਕਿਉਂਕਿ ਬਹੁਤ ਸਾਰੇ ਪੰਜਾਬੀ ਘਰਾਂ ਦੀ ਤਰ੍ਹਾਂ ਇੱਕ ਬੜੀ ਅਜੀਬ ਗੱਲ ਹੈ ਕਿ ਸਾਡੇ ਵਾਲਿदैन ਨੇ ਸਾਡੇ ਨਾਲ ਉਰਦੂ ਬੋਲੀ ਬਚਪਨ ਵਿੱਚ ਕਿ ਜੀ ਉਰਦੂ ਬੋਲਣੀ ਚਾਹੀਦੀ। ਤੇ ਫਿਰ ਜਿਹੜੀ ਤਾਲੀਮ ਸੀ ਉਹ ਸਾਰੀ ਅੰਗਰੇਜ਼ੀ 'ਚ ਸੀ ਤੇ ਵਕਤ ਦੇ ਨਾਲ ਨਾਲ ਜਿਹੜਾ ਨਾ ਉਹ ਅੰਗਰੇਜ਼ੀ ਜ਼ਿਆਦਾ ਹਾਵੀ ਹੋਈ, ਅੰਗਰੇਜ਼ੀ ਜ਼ਿਆਦਾ ਕਿਤਾਬਾਂ ਪੜ੍ਹੀਆਂ ਤੇ ਪੰਜਾਬੀ ਤੇ ਮੈਂ ਸਿਆਸਤ 'ਤੇ ਆ ਕੇ ਸਿੱਖੀ, ਕਿਉਂਕਿ ਮੈਨੂੰ ਅਹਿਸਾਸ ਹੋਇਆ ਕਿ ਮੇਰੇ ਜਿਹੜੇ ਵੋਟਰ ਨੇ ਅਗਰ ਉਹਨਾਂ ਨਾਲ ਮੈਂ ਉਰਦੂ ਬੋਲਦਾ ਸਾਂ ਤੇ ਉਹ ਜ਼ਰਾ ਸੀਰੀਅਸ ਹੋ ਜਾਂਦੇ ਸਨ। ਸਰ ਤੁਹਾਡੇ ਅੱਬਾ ਨੇ ਤਾਂ ਪੂਰੀ ਜ਼ਿੰਦਗੀ ਸਿਆਸਤ ਕੀਤੀ ਆ ਤੇ ਉਹਨਾਂ ਨੂੰ ਇਹ ਨਹੀਂ ਸੀ ਕਿ ਮੇਰੇ ਬੇਟੇ ਨੇ ਟੇਕ ਅਪ ਕਰਨਾ ਹੈ, ਤੈਨੂੰ ਪੰਜਾਬੀ ਸਿਖਾਉਣਾ ਜ਼ਰੂਰੀ ਹੈ? ਨਹੀਂ, ਉਹਨਾਂ ਦੇ ਜ਼ਿਹਨ 'ਚ ਨਹੀਂ ਸੀ। ਉਹਨਾਂ ਦਾ ਖਿਆਲ ਸੀ ਕਿ ਉਰਦੂ ਜਿਹੜੀ ਹੈ ਉਹ ਕਾਫੀ ਹੈ, ਕਿਉਂਕਿ ਉਰਦੂ ਪਾਰਲੀਮਾਨ ਦੀ ਜ਼ਬਾਨ ਵੀ ਹੈ ਤੇ ਮੀਡੀਆ ਦੀ ਜ਼ਬਾਨ ਵੀ ਹੈ, ਮੀਡੀਆ ਦੇ ਨਾਲ ਵੀ ਉਰਦੂ 'ਚ ਗੱਲ ਕਰਨੀ ਹੈ। ਲੇਕਿਨ ਉਹਨਾਂ ਦੀ ਖੁਆਇਸ਼ ਹੈ ਸੀ ਕਿ ਤੁਸੀਂ ਟੇਕ ਅਪ ਕਰੋਗੇ ਸੀਟ ਉਹਨਾਂ ਦੀ? ਜੀ, ਉਹਨਾਂ ਦੀ ਖੁਆਇਸ਼ ਸੀ, ਲੇਕਿਨ ਉਹ ਇੱਕ ਸਮਝੋ ਵਕਤ ਦੇ ਬਹੁਤ ਸਾਰੇ ਹਾਦਸੇ ਨੇ ਜਿਹੜੇ ਬੰਦੇ ਦੀ ਜ਼ਿੰਦਗੀ ਦਾ ਜਿਹੜਾ ਰੁੱਖ ਹੈ ਉਹ ਇੱਥੋਂ ਚੁੱਕ ਕੇ ਇੱਥੇ ਕਰ ਦਿੰਦੇ ਨੇ। ਤੇ ਉਹ ਹਾਦਸਾ ਜਿਹੜਾ ਸੀ ਉਹ ਸਾਡੇ ਵਾਸਤੇ 1999 ਦਾ ਜਨਰਲ ਪਰਵੇਜ਼ ਮੁਸ਼ਰਫ ਦਾ ਜਿਹੜਾ ਖੂਹ ਸੀ, ਉਹਦੇ ਬਾਅਦ ਫਿਰ ਖਾਨ ਸਾਹਿਬ ਨੇ, ਮੇਰੇ ਵਾਲਿਦ ਸਾਹਿਬ ਨੇ ਫੈਸਲਾ ਕੀਤਾ ਕਿ ਜੀ ਹੁਣ ਸਿਆਸਤ ਤੁਸੀਂ ਕਰਨੀ ਹੈ। ਤੇ ਉਹ ਫਿਰ ਇਹ ਵੀ ਹੋਇਆ ਕਿ ਉਹ ਤਾਲੀਮ ਦੀ ਵੀ ਸ਼ਰਤ ਲੱਗ ਗਈ ਤੇ ਇੱਕ ਵਕਤ ਵੀ ਹੁੰਦਾ ਹੈ ਹਰ ਬੰਦੇ ਦੀ। ਤੇ ਉਹਨਾਂ ਨੂੰ ਇਹ ਅਹਿਸਾਸ ਸੀ ਕਿ ਇਸ ਏਜ ਦੇ ਉੱਤੇ ਜਿਹੜੀ ਉਸ ਵੇਲੇ ਸੀ ਉਹਨਾਂ ਦੀ ਕਿ ਪਾਕਿਸਤਾਨ ਦੀ ਸਿਆਸਤ ਜਿਹੜੀ ਹੈ ਉਹ ਹਰ 10 ਸਾਲ ਬਾਅਦ ਉਹ ਦੁਬਾਰਾ ਸੈੱਟ ਹੁੰਦੀ ਹੈ। ਅੱਛਾ। ਤੇ ਉਹਨੇ ਕਿਹਾ ਜੀ ਹੁਣ ਤੇ 10 ਸਾਲ ਲੱਗਣੇ ਨੇ ਤੇ 10 ਸਾਲ ਤੇ ਮਜ਼ੀਦ ਉਹਨਾਂ ਦਾ ਖਿਆਲ ਸੀ ਕਿ ਉਹ ਸਿਆਸਤ ਨਹੀਂ ਕਰਨਗੇ। ਸਿਹਤ ਵੀ ਥੋੜ੍ਹੀ ਜਿਹੀ ਉਹਦੇ ਅਸਰ ਪਿਆ ਸੀ ਤੇ ਬਸ ਫਿਰ ਉਹ ਮੈਂ 2002 ਦਾ ਪਹਿਲਾ ਇਲੈਕਸ਼ਨ ਸੀ ਜਦੋਂ ਮੈਂ ਲੜਿਆ ਤੇ 2002 ਦਾ ਇਲੈਕਸ਼ਨ ਤੋਂ ਮੈਂ ਲੜ ਰਿਹਾ ਸਾਂ। ਉਹਦੇ ਦੋ ਬੜੇ ਮੇਰੇ ਉੱਤੇ ਅਸਰ ਨੇ। ਇੱਕ ਅਸਰ ਹੈ ਕਿ ਮੈਂ ਆਪਣਾ ਸ਼ਹਿਰ ਗੁਜਰਾਂਵਾਲਾ ਪਹਿਲੀ ਦਫਾ ਸਹੀ ਤਰ੍ਹਾਂ ਵੇਖਿਆ। ਅੱਛਾ। ਮਸਲਨ ਤੁਸੀਂ ਕੈਂਪੇਨ ਕੀਤੀ? ਮੈਂ ਕੈਂਪੇਨ ਕੀਤੀ, ਲੇਕਿਨ ਸਹੀ ਤਰ੍ਹਾਂ ਵੇਖਣ ਦਾ ਮਤਲਬ ਹੈ ਕਿ ਜਦੋਂ ਤੁਸੀਂ ਕੈਂਪੇਨ ਕਰਦੇ ਹੋ ਫਿਰ ਤੁਸੀਂ ਐਸੇ ਘਰਾਂ 'ਚ ਜਾਂਦੇ ਹੋ ਜਿੱਥੇ ਮਿੱਟੀ ਦੇ ਫਰਸ਼ ਨੇ। ਬਿਲਕੁਲ। ਤੇ ਐਸੇ ਘਰਾਂ ਜਾਂਦੇ ਹੋ ਜਿੱਥੇ ਹਾਈਐਸਟ ਕੀਮਤੀ ਤਰੀਨ ਮਾਰਬਲ ਲੱਗੇ। ਤੇ ਗੁਜਰਾਂ ਵਿੱਚ ਤੇ ਉਹ ਸਾਰੇ ਕੰਟਰਾਸਟ ਮੌਜੂਦ ਨੇ ਨਾ ਜੀ ਇੱਕੋ ਹੀ ਹਲਕੇ 'ਚ। ਬਿਲਕੁਲ। ਉਹ ਗੁਜਰਾਂਵਾਲਾ ਦੀ ਬਹੁਤ ਸਾਰੀ ਆਬਾਦੀਆਂ, ਬਹੁਤ ਸਾਰੀਆਂ ਸੜਕਾਂ, ਯਾਨੀ ਸੱਚੀ ਗੱਲ ਹੈ ਕਿ ਉਹ ਉਸ ਕੈਂਪੇਨ ਦੇ ਬਾਅਦ ਮੇਰੇ ਜ਼ਿਹਨ ਵਿੱਚ ਗੁਜਰਾਂਵਾਲਾ ਦਾ ਪੂਰਾ ਨਕਸ਼ਾ ਜਿਹੜਾ ਹੈ ਉਹ ਵਾਜ਼ੇ ਹੋਇਆ ਕਿ ਕਿਹੜੀ ਸੜਕ ਕਿੱਥੇ ਜਾ ਰਹੀ ਹੈ, ਕਿਹੜੀ ਗਲੀ ਕਿਹੜੇ ਪਾਸੇ ਹੈ, ਕਿਹੜਾ ਮਹੱਲਾ ਕਿੱਥੇ ਹੈ। ਉਹਦੀ ਵਜ੍ਹਾ ਨਾਲ ਬਹੁਤ ਮੇਰੇ ਉੱਤੇ ਯਾਨੀ ਇੱਕ ਆਪਣੇ ਸ਼ਹਿਰ ਦਾ ਅਹਿਸਾਸ ਹੋਇਆ, ਦੂਸਰਾ ਪੰਜਾਬੀ ਜ਼ਬਾਨ ਦਾ ਅਹਿਸਾਸ ਹੋਇਆ ਕਿ ਤੁਹਾਨੂੰ ਸੈਟਲ ਹੋਣ 'ਚ ਔਖਾ ਲੱਗਿਆ ਹੋਇਆ ਕਿ ਹੁਣ ਗੁਜਰਾਂਵਾਲਾ ਮਤਲਬ ਤੁਸੀਂ USA ਤੋਂ ਸਿੱਧਾ ਇੱਥੇ ਆਏ, ਤੁਸੀਂ ਮੱਟੀ ਵੀ ਵੇਖੀ, ਲੋਕਾਂ ਦੇ ਹਾਲਾਤ ਵੀ ਵੇਖੇ, ਤਾਂ ਤੁਹਾਨੂੰ ਲੱਗਿਆ ਨਹੀਂ ਕਿ ਨਹੀਂ ਮੈਂ ਨਹੀਂ ਕਰ ਸਕਦਾ? ਨਹੀਂ, ਮੈਨੂੰ ਕਦੇ ਨਹੀਂ, ਅੱਲਾ ਦਾ ਕਰਮ ਹੈ, ਕਦੇ ਨਹੀਂ ਲੱਗਿਆ। ਆਈ ਥਿੰਕ ਉਹਦੀ ਇਹ ਵੀ ਵਜ੍ਹਾ ਹੈ ਕਿ ਮੇਰੇ ਵਾਲਿਦ ਸਾਹਿਬ ਦਾ ਕਿਉਂਕਿ ਉਹਨਾਂ ਦੀ ਬੜੀ ਤਾਰੀਖ ਹੈ ਇਸ ਸ਼ਹਿਰ 'ਚ ਤੇ ਉਹਨਾਂ ਦੀ ਵਜ੍ਹਾ ਨਾਲ ਇੱਕ ਬਹੁਤ ਮੇਰੇ ਉੱਤੇ ਅੱਲਾ ਦਾ ਖਾਸ ਕਰਮ ਹੈ ਕਿ ਇਸ ਸ਼ਹਿਰ ਦੇ ਹਰ ਮਹੱਲੇ ਦੇ ਅੰਦਰ ਐਸੇ ਲੋਕ ਮੌਜੂਦ ਨੇ ਜਿਹੜੇ ਮੇਰੇ ਵਾਲਿਦ ਦੇ ਨਾਲ ਮੁਹੱਬਤ ਕਰਦੇ ਨੇ, ਬੇਲੌਸ ਮੁਹੱਬਤ। ਤੇ ਉਹ ਮੇਰੇ ਅੱਜ ਵੀ ਮੈਂ ਕਿਤੇ ਜਾਵਾਂ ਤੇ ਕੋਈ ਨਾ ਕੋਈ ਜ਼ਰੂਰ ਆ ਕੇ ਮੇਰੇ ਸਿਰ ਦੇ ਉੱਤੇ ਹੱਥ ਰੱਖਦਾ ਹੈ ਤੇ ਫਿਰ ਮੇਰੇ ਵਾਲਿਦ ਦਾ ਨਾਂ ਕਹਿੰਦਾ, ਦਸਤਗੀਰ ਨੂੰ ਕਹਿਣਾ ਕਿ ਖਾਲਿਦ ਮਿਲਿਆ ਸੀ ਉਸ ਮਹੱਲੇ 'ਚ ਤੇ ਮੇਰਾ ਸਲਾਮ ਦੇਣਾ। ਇੱਕ ਬਹੁਤ ਵੱਡੀ ਇੱਕ ਲੈਗੇਸੀ ਵੀ ਹੈ, ਇੱਕ ਤਾਕਤ ਵੀ ਹੈ। ਬਿਲਕੁਲ, ਤੁਸੀਂ ਬਹੁਤ ਲੱਕੀ ਹੋ, ਤੁਹਾਡੇ ਅੱਬਾ ਨੇ ਤੁਹਾਨੂੰ ਇੰਨਾ ਪੈਂਪਰ ਰੱਖਿਆ। ਪਰ ਤੁਹਾਡੇ ਆਪਣੇ ਨਹੀਂ, ਵੈਸੇ ਮੈंने ਪੈਂਪਰ ਨਹੀਂ ਰੱਖਿਆ ਉਹਨਾਂ ਨੇ, ਪਰ ਹਾਂ ਉਹਨਾਂ ਦੀ ਲੈਗੇਸੀ ਬੜੀ ਹੈ। ਲੇਕਿਨ ਇਹਦੇ ਵਿੱਚ ਮੇਰੀ ਵਾਲਦਾ ਦਾ ਬੜਾ ਰੋਲ ਹੈ ਕਿ ਮੈਂ ਹਾਲਾਂਕਿ
5 ਭੈਣਾਂ ਦਾ ਕੱਲਾ ਪਾਈਆਂ, अच्छा ਲੇਕਿਨ ਉਹਨਾਂ ਨੇ ਸਾਨੂੰ ਬੜਾ ਬਰਾਬਰ ਰੱਖਿਆ ਪੂਰੀ। ਉਹਨਾਂ ਨੇ ਇਨਸਿਸਟ ਕੀਤਾ ਕਿ ਮੇਰੀ ਜਿਹੜੀਆਂ ਸਾਰੀਆਂ ਹਮਸ਼ੀਰਾਂ ਨੇ ਉਹਨਾਂ ਨੂੰ ਵੀ ਉਹ ਮੁਕੰਮਲ ਤਾਲੀਮ ਹਾਸਲ ਹੋਈ। ਕੋਈ ਡਾਕਟਰ ਬਣਿਆ, ਕੋਈ ਐਮਏ ਸਾਈਕੋਲੋਜੀ ਬਣਿਆ, ਕੋਈ ਐਮਏ ਅੰਗਰੇਜ਼ੀ ਕੀਤਾ। ਉਸ ਲਿਹਾਜ਼ ਨਾਲ ਪੈਂਪਰ नहीं ਕੀਤਾ कि अच्छा, कोई ठीक पुत्र है तो यह होएगा। अच्छा सर, ये आपको हिलाल इम्तियाज मिला है, पहले तो इसकी बहुत ज़्यादा मुबारकबाद, और मिला क्यों है ये बता दें लोगों को। जी ये हिलाल इम्तियाज, बहुत शुक्रिया आपका, खैर मुबारक। ये हिलाल इम्तियाज मुझे मिला है कि मैं उस वज़ीर आज़म के सफारती मिशन का हिस्सा था जो जून में गया था मुल्क से बाहर। हम न्यूयॉर्क गए, वाशिंगटन गए, ब्रसल्स गए, लंदन गए और स्ट्रासबर्ग गए, यूरोपियन यूनियन से बात करने के लिए, अक़वाम मुत्तहिदा से बात करने के लिए, अमरीकी हुकूमत से और बरतानवी हुकूमत से। तो मेरी जो सफारती खिदमात हैं मार्का हक़ के लिए, उनके लिए मुझे मिला है। लेकिन इसकी अहमियत इसलिए है कि ये गालिबन चंद ही सियासतदान हैं या मुंतखब नुमाइंदे हैं जिन्हें ये अवार्ड मिले हैं पाकिस्तान की तारीख। बिल्कुल ऐसा ही है। और बाकियों को तो बहुत मिले हैं, जो लोग जिन्होंने सर्विस की है, जो गवर्नमेंट सर्विस में हैं, जो आर्म्ड फोर्सेस में हैं, साइंसदान हैं। लेकिन सियासतदानों के मामले में अभी तक बहुत कंजूसी रही है ये अवार्ड्स में। तो ये इसलिए जो है मेरे लिए इसकी बड़ी वैल्यू है कि क्योंकि सियासतदानों को तो आम तौर पे फांसियाँ मिली हैं, जलावतनी मिली है, उनको मतून किया गया है, उनको लान तान किया गया है, उनके ऊपर बग़ैर किसी वजह के उनके ख़ानदानों को घसीटा गया है इन सारे मामलात में। तो सियासतदानों के लिए तो मुश्किलात हैं। मसलन बहुत सारे ऐसे पर्चे मेरे ऊपर जो 2020 में हुए थे जब यहाँ जलसा हुआ PDM का पहला, तो सियासतदानों को तो पर्चे मिलते हैं। मेरे वाले साहब के ऊपर पर्चे हुए, उन्हें हम 85 साल की उम्र में 2-2 घंटे जो हैं जाके अदालत में उनको बिठाया हमने। तो ये एक हैरानी की बात है कि फांसियों और पर्चों और जलावतनियों के अलावा कोई अवार्ड भी मिल गया है। तो सर एसेट्स डिक्लेरेशन ना होने पर 2022-23 के तो आपको डिस्क्वालीफाई कर दिया गया था। अब आपकी क्या लाए अमल है आपका? मुझे वो डिस्क्वालिफिकेशन मैं चैलेंज कर रहा हूँ क्योंकि हाँ, क्योंकि मेरे ख्याल में जो मेंबरान नहीं रहे, अब मैं नहीं हूँ पार्लियामेंट, बिल्कुल, तो मेरे पे उसका इतलाक नहीं होता। तो वो एक समझे कि बड़ी दिलचस्प कानूनी बहस है जिसमें मैं इस वक्त उसका हिस्सा हूँ। देखिए उसका क्या नतीजा निकलता है। अच्छा, आप काफी मतलब एंजॉय कर रहे हैं इस फेज को। हाँ, मैं इस फेज को बड़ा एंजॉय कर रहा हूँ कि मेरे पास बहुत अरसे के बाद मुझे वक्त मिला है चीज़ों को बहुत तफसील से देखने का और अपनी फैमिली को मिलने का, जो मैं उनसे 15 साल नहीं मिला, अपने बच्चों को। बल्कि ये भी एक चीज़ है कि सियासतदान जो हैं बहुत सारे मेरी तरह के, वो अपनी फैमिली को वक्त नहीं दे पाते। मतलब मैंने अपने बच्चों को बड़ा होते हुए नहीं देखा। ये मेरी ज़िंदगी के जो चंद अफसोस हैं उनमें एक ये भी है। अच्छा। कि जी जब मेरे बच्चे बड़े हो रहे थे तो मैं सिर्फ वीकेंड पे यहाँ अवेलेबल था, मैं आम दिनों में यहाँ था ही नहीं। तो इस तरह की बहुत सारी चीज़ें हैं जो सियासत आपसे ये कीमत तलब करती है। और ये भी एक है इशू के पता नहीं, हमने मशहूर, आप जैसे लोग भी मीडिया वाले कहते हैं पता नहीं कौन सी अय्याशी कर रहे हैं। मैं तो अय्याशी का इंतजार ही कर रहा हूँ कि मुझे सियासत में कभी कोई अय्याशी का मौका मिले। मैं आपको मजे की बात बताती हूँ। जो मेरी ऑब्जर्वेशन है उसके मुताबिक ये है कि जिस भी चीज़ में आपने पैसा कमाना है ना, तो फिर ये कुर्बानियाँ तो देनी पड़ती हैं। हम मीडिया वाले लोग हैं, बहुत से लोगों के लिए ये है कि शायद इनकी लाइफ बड़ी अच्छी है। इट्स नॉट एन ईजी टास्क कि हम लोग वो नहीं हैं जो हम इनरली हैं, लाइक इंटरनली हम कुछ और लोग हैं, लेकिन मेकअप करके बड़ी मुश्किल से सुबह से रात तक रिकॉर्डिंग। तो आई थिंक ये सारी चीज़ें इंसान अपने नाम के लिए, मकाम के लिए कर रहा है, तो ये तो फिर सैक्रिफाइस नहीं। तो इसलिए मैंने कहा कि मुझे उसका सियासत में आने का कोई अफसोस नहीं है। अफसोस यही है कि उसमें जो मेरी फैमिली है उसको मेरे बच्चों का जो हक था मेरे पे, वो शायद मैं पूरी तरह अदा नहीं कर पाया। तो लिहाजा वो एक है इशू। लेकिन ये है कि ज़ाहिर है हर शख्स को अपना काम मुश्किल लगता है। जो आप डॉक्टर से पूछेंगे जो लगता है कि पता नहीं सारे पहाड़ वही जो है ना तोड़े हैं, और इंजीनियर से पूछेंगे तो, और जो पहाड़ तोड़ने वाला है वो भी यही कहेगा जो डॉक्टर कह रहा है। बिल्कुल। अच्छा, बाहर दे मुल्क तुसी रहे उत्थे तोनू की करना पिया अपने हत्थां नाल? जी हर शाई करनी पई। फिर
ਅਸੀਂ ਕੱਪੜੇ ਵੀ ਧੋਤੇ ਨੇ ਆਪਣੇ, ਅੱਛਾ। ਖੁਦ ਇਸਤਰੀ ਵੀ ਕੀਤੇ ਨੇ, ਖਾਣੇ ਵੀ ਬਣਾਏ ਨੇ, ਸਫਾਈਆਂ ਵੀ ਕੀਤੀਆਂ ਨੇ, ਅੱਛਾ ਔਡ ਜੌਬਸ ਵੀ ਕੀਤੇ ਨੇ ਆਪਣੀ ਯੂਨੀਵਰਸਿਟੀ ਦੇ ਅੰਦਰ। ਪੈਸੇ ਬਚਾਉਣ ਦੀ ਕੋਸ਼ਿਸ਼ ਕਰਦੇ ਸੀ ਜਾਂ ਇੱਥੋਂ ਭੇਜ ਦਿੰਦੇ ਸੀ ਅੱਬਾ? ਨਹੀਂ, ਮੈਂ ਤੇ ਬਹੁਤ ਕੋਸ਼ਿਸ਼ ਕਰਦਾ ਸੀ। ਮੇਰੀ ਤੇ ਅੱਛਾ। ਕੋਸ਼ਿਸ਼ ਸੀ ਕਿ ਮੈਂ ਆਪਣੇ ਵਾਲਿਦੈਨ ਦੇ ਉੱਤੇ ਬੋਝ ਨਾ ਹੀ ਪਾਵਾਂ, ਤੇ ਇਸ ਵਜ੍ਹਾ ਨਾਲ ਅਸੀਂ ਬੜੀ ਕੋਸ਼ਿਸ਼ ਕੀਤੀ ਕਿ ਜਿਹੜੇ ਯੂਜੂਅਲ ਰਨਿੰਗ ਐਕਸਪੈਂਸਸ ਨੇ ਉਹ ਕਿਸੇ ਤਰ੍ਹਾਂ ਹਾਸਲ ਕਰ ਲਈਏ। ਤੇ ਮੈਂ ਬਹੁਤ ਸਾਰਾ ਲੰਬਾ ਜੌਬ ਆਪਣੀ ਯੂਨੀਵਰਸਿਟੀ ਦੀ ਲਾਇਬ੍ਰੇਰੀ 'ਚ ਕੀਤਾ ਹੈ। ਮੈਂ ਉੱਥੇ, ਉਸ ਜ਼ਮਾਨੇ 'ਚ ਇੰਟਰਨੈਟ ਨਹੀਂ ਸੀ, ਮੈਂ ਇੰਨਾ ਪੁਰਾਣਾ ਹੋ ਗਿਆ, ਤੇ ਮੁਖਤਲਿਫ ਯੂਨੀਵਰਸਿਟੀ ਦੇ ਜਿਹੜੇ ਡਿਪਾਰਟਮੈਂਟ ਸਨ ਉੱਥੇ ਉਹਨਾਂ ਨੇ ਫਿਲਮਸ ਉਹ ਦਿਖਾਉਂਦੇ ਸਨ ਡੈਮੋਨਸਟ੍ਰੇਸ਼ਨ ਵਾਸਤੇ। ਤੇ ਅਸੀਂ ਉਸ ਗਰੁੱਪ ਦਾ ਹਿੱਸਾ ਸਾਂ ਜਿਹੜਾ ਉਹ ਸਾਰਾ ਇਕਵਿਪਮੈਂਟ ਜਿਹੜਾ ਹੈ ਉਹ ਇੱਕ ਕਲਾਸਰੂਮ ਤੋਂ ਲੈ ਕੇ ਦੂਜੇ ਕੋਲ ਜਾ ਕੇ ਫਿਲਮ ਸੈੱਟ ਕਰਦਾ ਸੀ ਟੂ ਮੇਕ ਸ਼ੋਰ ਦੈਟ ਐਵਰੀਥਿੰਗ ਇਜ਼ ਫਾਈਨ ਵੈਨ ਇਟਸ ਨੀਡਡ। ਤੇ ਉਹ ਪੂਰਾ ਜਿਹੜਾ ਹੈ ਨਾ ਜੀ, ਉਹ ਵੀ ਇੱਕ ਤਜਰਬਾ ਬੜਾ ਜ਼ਬਰਦਸਤ ਸੀ। ਮੈਂ ਇਹੀ ਕਹਿ ਸਕਦਾ ਕਿ ਮੇਰੇ ਤੇ ਅੱਲਾਹ ਤਾਲਾ ਦਾ ਬਹੁਤ ਹੀ ਕਰਮ ਰਿਹਾ ਹੈ ਕਿ ਅੱਲਾਹ ਨੇ ਇੱਥੇ ਵੀ ਅੱਛੇ ਤਾਲੀਮੀ ਇਦਾਰੇ ਦਿੱਤੇ। ਇੱਕ ਤੇ ਬਿਲਕੁਲ ਸਾਹਮਣੇ ਹੈ ਸੇਂਟ ਜੋਸਫ ਹਾਈ ਸਕੂਲ, ਮੇਰੇ ਘਰ ਦੇ ਸਾਹਮਣੇ। ਤੁਸੀਂ ਬਣਾਇਆ ਹੈ ਉਹ? ਨਹੀਂ, ਮੈਂ ਨਹੀਂ ਬਣਾਇਆ ਜੀ, ਮੈਂ ਉੱਥੇ ਪੜ੍ਹਿਆ। ਅੱਛਾ, ਉੱਥੇ ਪੜ੍ਹੇ ਜੇ ਤੁਸੀਂ? ਹਾਂ। ਅੱਛਾ, ਤੇ ਜਦੋਂ ਤੁਸੀਂ ਇੱਥੇ ਆਏ ਤੁਹਾਨੂੰ ਲੱਗਿਆ ਕਿ ਇੱਥੇ ਤਾਲੀਮ ਦਾ ਉਹ ਮਿਆਰ ਨਹੀਂ ਹੈ ਜਿਹੜਾ ਬਾਹਰ ਦੇ ਮੁਲਕ ਸੀ? ਤੁਸੀਂ ਕੁਝ ਕੀਤਾ ਹੋਏ? ਕਿਉਂਕਿ ਸਾਡੀ ਸੁਸਾਇਟੀ 'ਚ ਤਾਲੀਮ ਨੌਕਰੀ ਦੀ ਇੱਕ ਸੀੜੀ। ਬਿਲਕੁਲ ਠੀਕ ਹੈ ਜੀ। ਤਾਲੀਮ ਉਹਦੀ ਉਸ ਤਾਲੀਮ ਦੀ ਵਕਤ ਹੈ ਜਿਹੜੀ ਪੈਸਿਆਂ 'ਚ ਗਿਣੀ ਜਾ ਸਕੇ। ਠੀਕ ਹੈ ਜੀ, ਕਿ ਤੁਸੀਂ ਇਹ ਪੜ੍ਹਿਆ ਤੇ ਇਹ ਨੌਕਰੀ ਮਿਲੀ ਹੈ, ਇਹ ਪੜ੍ਹਿਆ ਤੇ ਤੁਸੀਂ ਡਾਕਟਰ ਬਣੇ ਹੋ ਤੇ ਤੁਸੀਂ ਪ੍ਰੈਕਟਿਸ ਕਰ ਰਹੇ ਹੋ, ਜਾਂ ਇਹ ਪੜ੍ਹਿਆ ਤੁਸੀਂ ਇੰਜੀਨੀਅਰ ਬਣੇ ਹੋ ਤੁਹਾਨੂੰ ਨੌਕਰੀ ਮਿਲ ਗਈ। ਲੇਕਿਨ ਤਾਲੀਮ ਦੀ ਜਿਹੜੀ ਰੀਅਲ ਵੈਲਿਊ ਹੈ, ਤਾਲੀਮ ਬਰਾਏ ਤਾਲੀਮ, ਕਿ ਬੰਦੇ ਨੂੰ ਇਨਸਾਨ ਬਣਾਉਣਾ, ਉਹ ਸਾਡੇ ਮੁਆਸ਼ਰੇ 'ਚ ਨਹੀਂ ਹੈ, ਉਹ ਬਹੁਤ ਘੱਟ ਲੋਕਾਂ ਦੇ ਅੰਦਰ ਉਹ ਸੈਂਸ ਹੈ। ਦੂਜਾ ਜਿਹੜੀ ਮੈਨੂੰ ਫਰਕ ਮਹਿਸੂਸ ਹੋਇਆ ਉਹ ਹੈ ਕਿ ਪੰਜਾਬੀ ਦੇ ਲਫ਼ਜ਼ ਕੋਈ ਨਹੀਂ ਉਹਦੇ ਵਾਸਤੇ, ਅੰਗਰੇਜ਼ੀ ਬੋਲਣੀ ਪਏਗੀ। ਇੰਟੈਲੈਕਚੁਅਲ ਇੰਟੈਗ੍ਰਿਟੀ। ਬਹੁਤ ਅਰਸਾ ਪਹਿਲੇ ਮੈਂ ਜਦੋਂ ਅਖਬਾਰ ਵਿੱਚ ਲਿਖਣਾ ਸ਼ੁਰੂ ਕੀਤਾ ਤੇ ਉਸ ਵੇਲੇ ਇੱਕ ਐਡੀਟਰ ਸਾਹਿਬ ਸਨ, ਉਹਨਾਂ ਨੇ ਮੈਨੂੰ ਫੋਨ ਕੀਤਾ ਕਿ ਜੀ ਇਹ ਤੁਸੀਂ ਆਪਣੇ ਹਰ ਮਜ਼ਮੂਨ ਵਿੱਚ ਜਿਹੜੀ ਵੀ ਕੋਟੇਸ਼ਨ ਦਿੰਦੇ ਹੋ ਉਹਦਾ ਕਿਉਂ ਲਿਖਦੇ ਹੋ ਕਿ ਇਹਨੇ ਲਿਖਿਆ ਹੈ? ਮੈਂ ਕਿਹਾ ਜੀ ਉਹ ਮੈਂ ਰਹਿ ਨਹੀਂ ਸਕਦਾ, ਮੇਰੀ ਤਾਲੀਮ ਇਸ ਤਰ੍ਹਾਂ ਦੀ ਹੈ। ਤੇ ਕਹਿੰਦੇ ਨੇ ਇੱਥੇ ਤੇ ਕੋਈ ਨੋ ਵਨ ਬੋਦਰਸ। ਮੈंने ਕਿਹਾ ਜੀ ਕੋਈ ਬੋਦਰ ਕਰੇ ਨਾ ਕਰੇ, ਮੇਰੀ ਇੰਟੈਗ੍ਰਿਟੀ ਇਹ ਕਹਿੰਦੀ ਹੈ ਕਿ ਅਗਰ ਮੈਂ ਕਿਸੇ ਹੋਰ ਦੇ ਅਲਫਾਜ਼ ਇਸਤੇਮਾਲ ਕੀਤੇ ਨੇ ਮੈਂ ਲਿਖਾਂਗਾ ਕਿ ਮੈਂ ਕਿਹਦੇ ਤੇ ਇੱਕ ਇਹ ਵੀ ਇਹ ਦੂਜਾ ਇੱਕ ਇੱਥੇ ਸੱਚੀ ਗੱਲ ਹੈ ਕਿ ਪਾਕਿਸਤਾਨ ਵਿੱਚ ਬਹੁਤ ਥੋੜੀਆਂ ਜਗ੍ਹਾ ਤੇ ਹੈ ਰਿਸਰਚ ਦੀ ਵੀ ਕੋਈ ਵੈਲਿਊ ਨਹੀਂ, ਕਿਉਂਕਿ ਰਿਸਰਚ ਜਿਹੜੀ ਹੈ ਉਹ ਫੌਰੀ ਤੌਰ ਤੇ ਰੁਪਏ 'ਚ ਟਰਾਂਸਲੇਟ ਨਹੀਂ ਹੁੰਦੀ ਨਾ ਜੀ, ਤੇ ਉਹਦੀ ਵਕਤ ਕੋਈ ਨਹੀਂ ਹੈ ਕਿ ਯਾਰ ਅਗਨ ਪਾਗਲ ਲੱਗਿਆ ਆਪਣੀ ਜ਼ਿੰਦਗੀ ਫੋੜ ਰਿਹਾ ਉੱਥੇ ਲੈਬ ਵਿੱਚ, ਕੀ ਕਰ ਰਿਹਾ ਹੈ? ਠੀਕ ਹੈ ਜੀ, ਤੇ ਇਹ ਕੌਣ ਬੰਦਾ ਹੈ ਜਿਹੜਾ ਪੜ੍ਹੀ ਜਾ ਰਿਹਾ ਹੈ? ਬਿਲਕੁਲ ਬਿਲकुल। ਲੇਕਿਨ ਮਸਲਨ ਰਿਸਰਚ, ਇੰਟੈਲੈਕਚੁਅਲ ਇੰਟੈਗ੍ਰਿਟੀ ਐਂਡ ਐਜੂਕੇਸ਼ਨ, ਰਾਈਟਰ ਦੀ ਵੀ ਇੱਥੇ ਕੋਈ ਵਕਤ ਨਹੀਂ, ਬੇਸ਼ੱਕ ਉਹ ਜਿੰਨਾ ਵੀ ਅੱਛਾ ਲਿਖ ਰਿਹਾ ਹੈ ਦੀ ਉਹੀ ਵਕਤ ਹੈ ਜਿਹੜਾ ਬੈਸਟ ਸੈਲਰ ਹੈ, ਜਿਹੜੀ ਕਿਤਾਬਾਂ ਵਿਕ ਰਹੀਆਂ ਨੇ ਉਹ ਬਹੁਤ ਅੱਛਾ ਹੈ। ਬਿਲਕੁਲ। ਜਿਹੜੀ ਕਿਤਾਬ ਕਿਸੇ ਨੇ ਨਹੀਂ ਪੜ੍ਹੀ ਉਹਨੇ ਕਹੀ ਇਹ ਬੇਕਾਰ ਹੈ। ਅੱਛਾ, ਇਸ ਦੀ ਵਜ੍ਹਾ ਤੁਸੀਂ ਕੀ ਲੱਭਣ ਦੀ ਕੋਸ਼ਿਸ਼ ਕੀਤੀ? ਮਤਲਬ ਮੈਂ ਤੇ ਲੱਭਣ ਦੀ ਕੋਈ ਕੋਸ਼ਿਸ਼ ਨਹੀਂ ਕੀਤੀ ਜੀ, ਮੈਂ ਤੇ ਆਬਜ਼ਰਵਰ ਹਾਂ, ਮੈਂ ਆਬਜ਼ਰਵ ਕਰ ਰਿਹਾ। ਕੋਸ਼ਿਸ਼ ਇਹੀ ਹੈ ਜਿਹੜੀ ਸਮਝ ਆਈ ਹੈ ਉਹ ਇਹੀ ਹੈ ਕਿ ਪਾਕਿਸਤਾਨ ਦੀ ਸੁਸਾਇਟੀ 'ਚ ਹੁਣ ਵੀ ਅਸੀਂ ਉਹਨੂੰ ਇਹ ਨਹੀਂ ਕਹਿ ਸਕਦੇ ਜਾਲੀਅਤ, ਨਾ ਖਾਨਦਗੀ ਐਨੀ ਵੱਡੀ, ਉਹਦੇ ਇੰਨਾ ਗਹਿਰਾ ਇਲਿਟਰੇਸੀ ਰੇਟ, ਇੱਕ ਇਲਿਟਰੇਸੀ ਵੀ ਨਹੀਂ, ਜਿਹੜੇ ਲਿਟਰੇਟ ਨੇ ਉਹਨਾਂ ਦੀ ਵੀ ਐਟੀਟਿਊਡ ਇਲਿਟਰੇਟ ਦੇ ਨੇ। ਬਿਲਕੁਲ। ਮਤਲਬ ਆਪਾਂ ਇਹ ਸਮਝਦੇ ਹਾਂ ਕਿ ਡਿਗਰੀ ਜਿਹੜੀ ਹੈ ਉਹ ਨਹੀਂ ਦੱਸ ਸਕਦੀ ਕਿ ਤੁਸੀਂ ਲਿਟਰੇਟ ਹੋ। ਐਬਸੋਲੂਟ। ਬਿਲਕੁਲ। ਡਿਗਰੀ ਨਹੀਂ ਦੱਸਦੀ ਜਾਂ ਕੋਈ ਸਨਦ ਨਹੀਂ ਦੱਸ ਸਕਦੀ। ਬਿਲਕੁੁਲ ਨਹੀਂ, ਸਨਦ ਇਹ ਤੇ ਦੱਸਦੀ ਹੈ ਕਿ ਤੁਹਾਨੂੰ ਪੜ੍ਹਨਾ ਆਉਂਦਾ ਹੈ ਉਰਦੂ ਜਾਂ ਅੰਗਰੇਜ਼ੀ। ਬਿਲਕੁਲ। ਪਰ ਸਨਦ ਇਹ ਨਹੀਂ ਦੱਸਦੀ ਕਿ ਤੁਸੀਂ ਪੜ੍ਹੇ ਲਿਖੇ ਹੋ ਕਿ ਨਹੀਂ। ਇਹ ਫਰਕ ਹੈ।